ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਸ਼ਬਦ-ਬੋਧ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸ਼ਬਦ-ਬੋਧ ਵਿਆਕਰਣ ਦੇ ਜਿਸ ਭਾਗ ਵਿੱਚ ਸ਼ਬਦਾਂ ਬਾਰੇ ਜਾਣਕਾਰੀ ਮਿਲਦੀ ਹੈ ਉਸ ਨੂੰ ਸ਼ਬਦ-ਬੋਧ ਆਖਦੇ ਹਨ। ਹੁਣ ਸ਼ਬਦ-ਬੋਧ ਦੇ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਸ਼ਬਦ ਕੀ ਹੈ। ਸੋ ਪਹਿਲਾਂ ਸਾਨੂੰ ਸ਼ਬਦ ਬਾਰੇ ਸਮਝਣਾ ਪਵੇਗਾ। ਸੋ मैं एक शब्द लैके तुहानू इसकी परिभाषा बारे दसांगी। शब्द पंजाबी शब्द लै लिया। देखो ये पहला की है अखर है प ज तब पप्पा जज्जा बब्बा। ਇਹਦਾ मतलब शब्द ਦੇ ਵਿੱਚ ਅੱਖਰ ਵੀ ਹੁੰਦੇ ਹੈ। ਉਸ ਤੋਂ ਬਾਅਦ ਕੰਨਾ ਬਿਹਾਰੀ ਵੀ ਹੈ, ਲਗਾਂ ਵੀ ਹੁੰਦੀਆਂ ਹੈ। ਬਿੰਦੀ ਟਿੱਪੀ ਅੱਧਕ ਜਿਹੜੇ ਹੁੰਦੇ ਉਹ ਲਗਾਖਰ ਹੁੰਦੇ। ਇਹਦੇ ਵਿੱਚ ਟਿੱਪੀ ਹੈ, ਇਸ ਕਰਕੇ ਇਸ ਸ਼ਬਦ ਦੇ ਵਿੱਚ ਲਗਾਖਰ ਵੀ ਹੈ। ਸੋ ਸ਼ਬਦਾਂ ਦੇ ਵਿੱਚ ਇਹ ਤਿੰਨੇ ਚੀਜ਼ਾਂ ਹੁੰਦੀਆਂ, ਅੱਖਰ, ਲਗਾਂ ਤੇ ਲਗਾਖਰ। ਸੋ ਇਸ ਦੀ ਪਰਿਭਾਸ਼ਾ ਜਿਹੜੀ ਸ਼ਬਦ ਦੀ ਕੀ ਬਣੇਗੀ? ਅੱਖਰਾਂ, ਲਗਾਂ ਅਤੇ ਲਗਾਖਰ ਦੇ ਸੁਮੇਲ ਨਾਲ ਸ਼ਬਦ ਬਣਦਾ ਹੈ। ਉਸ ਤੋਂ ਬਾਅਦ ਸ਼ਬਦ-ਬੋਧ ਦੇ ਵਿੱਚ ਅਸੀਂ ਸ਼ਬਦਾਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਪੜਾਂਗੇ। ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀਆਂ ਕਿਸਮਾਂ। अर्थ की दृष्टि तो शब्द दियां दो किस्मां हुंदियां, सार्थक शब्द और निरार्थक शब्द। सार्थक शब्द वो शब्द हुंदे हन जिन्हां दा कोई अर्थ निकलदा है। जिद्दां कि असीं कहने आ पानी, कापी, चाह, ये सारे की है? सार्थक शब्द है कि इन्हां दा कोई ना कोई सानू अर्थ दिख रहा है, ये दिख रहे है, सानू अर्थ दिख रहा है इन्हां विचों। निरार्थक शब्द इस तो मतलब है कि निरार्थक शब्द वो हो गए जिन्हां दा कोई अर्थ नहीं हुंदा। जिवें असीं पानी दे नाल असीं कहने पानी पूनी पीता, कापी कूपी, चाह चू, यानी कि असीं पानी दे नाल एक होर शब्द यूज़ कर लैंदे आ, कापी दे नाल चाह। ये सारे पूनी कूपी ते चाह ये की है? निरार्थक शब्द, क्योंकि इन्हां दा तां कोई अर्थ ही नहीं है। पर किते ना किते असीं देखदे हां कि ये शब्द जिहड़े है जिले ही पानी दे नाल पूनी लगा रहे हैं तो किते ना किते साडे दिमाग विच वो शब्द घूमदा है कि ये पानी दे नाल मिलदी जुलदी ही कोई चीज़ होएगी। इस तरह निरार्थक शब्द जिहड़े है ये भी किते ना किते साडी भाषा दे दायरे नूं होर वधाउंदे हन। इस तो बाद है कि सार्थक शब्द दियां भी अगे 8 भेद हुंदे हन जिहड़े कि असीं पिछलियां क्लासां विच भी पढ़े हन। नाम, पड़नाम, विशेषण, किरिया, किरिया विशेषण, संबंधक, योजक, विस्मक, ये सारे ही सार्थक शब्द दे भेद हन। इस तो बाद आउंदा है वरतों दे आधार ते शब्द दियां किस्मां। वरतों दे आधार ते शब्द भी दो तरह के हुंदे हन, कोशगत शब्द और व्याकरणक शब्द। हुण कोशगत शब्द किहड़े है? असीं डिक्शनरी जदों सानू कोई मीनिंग समझ नहीं आ रहा हुंदा, असीं डिक्शनरी दे विचों डिक्शनरी नूं फड़दे हां ते असीं उहदे चों उहदा मतलब ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਕੋਸ਼ਗਤ ਸ਼ਬਦਾਂ ਦਾ ਸ਼ਬਦ ਵੀ ਕੁਝ ਇਹੀ ਮੀਨਿੰਗ ਨੂੰ ਦਰਸਾਉਂਦੇ ਹਨ, ਜਿਨ੍ਹਾਂ ਨੂੰ ਮੁੱਢਲੀ ਇਕਾਈ ਵਜੋਂ ਕੋਸ਼ ਵਿੱਚ ਦਰਜ ਕਰਨ ਲਈ ਵਰਤਿਆ ਜਾਂਦਾ ਹੈ। ਜਿਵੇਂ ਪਾਣੀ ਇੱਕ ਕੋਸ਼ਗਤ ਸ਼ਬਦ ਹੈ ਜਿਸ ਵਿੱਚ ਇਸ ਦਾ ਅਰਥ ਹੈ ਇੱਕ ਪਦਾਰਥ। ਇਸ ਤਰ੍ਹਾਂ ਪਾਣੀ ਕੀ ਹੈ ਉਹ ਅਸੀਂ ਦੇਖਣ ਦੇ ਲਈ ਕਿ ਉਹ ਇੱਕ ਪਦਾਰਥ ਹੈ, ਇਹ ਕੋਸ਼ਗਤ ਸ਼ਬਦ ਬਣ ਜਾਂਦਾ ਹੈ। ਵਿਆਕਰਨਕ ਸ਼ਬਦ ਪੰਜਾਬੀ ਵਾਕਾਂ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਸ਼ਬਦ ਰੂਪਾਂ ਨੂੰ ਵਿਆਕਰਨਕ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਹੁਣ ਮੁੰਡਾ ਹੈ, ਮੁੰਡਾ ਐਗਜ਼ਾਮਪਲ ਲੈ ਰਹੇ ਹਾਂ ਅਸੀਂ। ਮੁੰਡਾ ਹੈ, ਮੁੰਡਾ ਇੱਕ ਨਾਮ ਵੀ ਹੈ, ਇਹ ਇੱਕ ਆਮ ਨਾਮ ਵੀ ਹੈ, ਇਹ ਇੱਕ ਵਚਨ ਵੀ ਹੈ ਔਰ ਇਹ ਇੱਕ ਪੁਲਿੰਗ ਵੀ ਹੈ। ਇਸ ਤਰ੍ਹਾਂ ਮੁੰਡਾ ਜਿਹੜਾ ਹੈ ਉਹ ਕਈ ਵਿਆਕਰਣ ਦੇ ਕਈ ਨਾਵਾਂ ਨੂੰ ਵੱਖ-ਵੱਖ ਰੂਪਾਂ ਨੂੰ ਦਰਸਾ ਰਹੇ, ਸ਼ਬਦ ਦੇ ਵੱਖ-ਵੱਖ ਰੂਪ ਆ ਰਹੇ ਹਨ, ਨਾਮ, ਆਮ ਨਾਮ, ਇੱਕ ਵਚਨ, ਪੁਲਿੰਗ। ਇਸ ਤਰ੍ਹਾਂ ਇਹ ਇੱਕ ਵਿਆਕਰਨਿਕ ਸ਼ਬਦ ਹੈ। ਇਸ ਤੋਂ ਬਾਅਦ ਆਉਂਦਾ ਹੈ ਬਣਤਰ ਦੇ ਆਧਾਰ ਤੇ ਸ਼ਬਦ ਦੀ ਵੰਡ। ਦੇਖੋ ਬਣਤਰ ਦੇ ਆਧਾਰ ਤੇ ਸ਼ਬਦ ਦੋ ਤਰ੍ਹਾਂ ਵੰਡੇ ਜਾ ਸਕਦੇ ਹਨ, ਮੂਲ ਸ਼ਬਦ ਤੇ ਰਚਿਤ ਸ਼ਬਦ। ਮੂਲ ਸ਼ਬਦਾਂ ਨੂੰ ਰੂੜ ਸ਼ਬਦ ਵੀ ਕਿਹਾ ਜਾਂਦਾ ਹੈ ਔਰ ਰਚਿਤ ਸ਼ਬਦਾਂ ਨੂੰ ਯੋਗ ਸ਼ਬਦ ਵੀ ਕਿਹਾ ਜਾਂਦਾ ਹੈ। ਹੁਣ ਮੂਲ ਸ਼ਬਦ ਕੀ ਹੁੰਦਾ ਹੈ? ਮੂਲ ਸ਼ਬਦ ਉਹ ਸ਼ਬਦ ਹੈ ਜਿਸ ਨੂੰ
ਹੋਰ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ। ਜਿਵੇਂ ਘਰ, ਕੁੜੀ, ਮੋਰ, ਸ਼ਹਿਰ, ਇਹ ਸਾਰੇ ਮੂਲ ਸ਼ਬਦ ਹਨ। ਪਰ ਜਿਹੜੇ ਰਚਿਤ ਸ਼ਬਦ ਹੁੰਦੇ ਹਨ ਉਹ ਅਜਿਹੇ ਹੁੰਦੇ ਹਨ ਜਿਹੜੇ ਮੂਲ ਸ਼ਬਦ ਦੇ ਨਾਲ ਲੱਗ ਕੇ ਵੱਖ-ਵੱਖ ਢੰਗਾਂ ਨਾਲ ਰਚੇ ਜਾਂਦੇ ਹਨ। ਉਹਨਾਂ ਦਾ ਉਹ ਮੂਲ ਸ਼ਬਦ ਦੇ ਨਾਲ ਲੱਗਦੇ ਹਨ ਤੇ ਉਸ ਦਾ ਅਰਥ ਹੋਰ ਦਾ ਹੋਰ ਬਣ ਜਾਂਦਾ ਹੈ। ਉਹ ਹੁੰਦੇ ਹਨ ਰਚਿਤ ਸ਼ਬਦ। ਜਿਵੇਂ ਕਰ ਹੈ, ਕਰ ਵੀ ਇੱਕ ਸ਼ਬਦ ਹੈ ਜਿਹਦਾ ਅਰਥ ਹੈ। ਔਰ ਕਰਮ, ਜੇ ਅਸੀਂ ਉਹਦੇ ਨਾਲ ਮ ਲਗਾਤਾ ਤਾਂ ਕਰਮ ਵੀ ਇੱਕ ਅਲੱਗ ਅਰਥ ਹੈ। ਇਸ ਤਰ੍ਹਾਂ ਦਾ ਰਚਿਤ ਸ਼ਬਦ ਹੈ ਕਰਮ, ਪਰ ਕਰ ਕੀ ਹੈ? ਇੱਕ ਮੂਲ ਸ਼ਬਦ ਹੈ। ਇਸੇ ਤਰ੍ਹਾਂ ਡਰ, ਨਿਡਰ। ਇਸ ਤੋਂ ਬਾਅਦ ਰਚਿਤ ਸ਼ਬਦ ਜਿਹੜੇ ਹੈ, ਰਚਿਤ ਸ਼ਬਦ ਵੀ ਦੋ ਟਾਈਪ ਦੇ ਹੁੰਦੇ, ਸਮਾਸੀ ਸ਼ਬਦ ਤੇ ਉਤਪੰਨ ਸ਼ਬਦ। ਹੁਣ ਸਮਾਸੀ ਸ਼ਬਦ ਕਿਹੜੇ ਹੈ? ਇਹ ਸ਼ਬਦ ਦੋ ਜਾਂ ਦੋ ਤੋਂ ਵੱਧ ਸਾਰਥਕ ਸ਼ਬਦਾਂ ਨੂੰ ਜੋੜ ਕੇ ਬਣਾਏ ਜਾਂਦੇ ਹਨ। ਜਿਵੇਂ ਅੰਗ ਸੰਗ, ਅਖੰਡ ਪਾਠ, ਚੰਗਾ ਮਾੜਾ। ਔਰ ਸਮਾਸੀ ਸ਼ਬਦਾਂ ਦੇ ਵਿੱਚ ਪੰਜਾਬੀ ਦਾ ਵਿਸ਼ਰਾਮ ਚਿੰਨ੍ਹ ਜੋੜਨੀ ਜਿਹੜਾ ਹੈ ਜ਼ਰੂਰ ਆਉਂਦਾ ਹੈ। ਅੰਗ ਸੰਗ, ਦੇਖੋ ਅੰਗ ਦਾ ਅਲੱਗ ਮੀਨਿੰਗ ਹੈ ਔਰ ਸੰਗ ਦਾ ਅਲੱਗ, ਯਾਨੀ ਕਿ ਦੋ ਸਾਰਥਕ ਸ਼ਬਦ ਜਿਹੜੇ ਹੈ ਉਹਨਾਂ ਨੂੰ ਜੋੜ ਕੇ ਫਿਰ ਬਣਾਇਆ ਜਾ ਰਿਹਾ, ਉਹਨਾਂ ਨੂੰ ਕਿਹਾ ਜਾਂਦਾ ਹੈ ਸਮਾਸੀ ਸ਼ਬਦ। ਉਤਪੰਨ ਸ਼ਬਦ ਜਿਹੜੇ ਹੈ ਇਹ ਰਚਿਤ ਸ਼ਬਦ ਦੇ ਨਾਲ ਮਿਲਦੇ ਜੁਲਦੇ ਹੀ ਹਨ ਕਿ ਇਹ ਮੂਲ ਸ਼ਬਦ ਦੇ ਅੱਗੇ ਪਿੱਛੇ ਲੱਗ ਕੇ ਬਣਾਏ ਜਾਂਦੇ ਹਨ, ਜਾਂ ਤਾਂ ਅੱਗੇ ਲੱਗਦੇ ਹਨ ਜਾਂ ਪਿੱਛੇ। ਭਾਵ ਕਿ ਇਹ ਵੀ ਦੋ ਤਰ੍ਹਾਂ ਦੇ ਹੋ ਗਏ, ਅਗੇਤਰ, ਪਿਛੇਤਰ। ਜਿਹੜੇ ਅੱਗੇ ਲੱਗਣਗੇ ਉਹ ਅਗੇਤਰ, ਜਿਹੜੇ ਪਿੱਛੇ ਲੱਗਣਗੇ ਉਹ ਪਿਛੇਤਰ। ਜਿੱਦਾਂ ਜੋਗ ਸ਼ਬਦ ਹੈ ਉਹਦੇ ਨਾਲ ਸਹਿ ਲਗਾ ਰਹੇ ਹਾਂ ਤਾਂ ਸਹਿਜੋਗ, ਜੇ ਕਾਰੀ ਸ਼ਬਦ ਹੈ ਤਾਂ ਸਹਿ ਲਗਾ ਰਹੇ ਹਾਂ ਤਾਂ ਕਾਰੀ। ਇਸ ਤਰ੍ਹਾਂ ਸਹਿ ਅਗੇਤਰ ਲੱਗ ਰਿਹਾ ਇਹਨਾਂ ਨਾਲ। ਇਸੇ ਤਰ੍ਹਾਂ ਪਿਛੇਤਰ ਦੇ ਵਿੱਚ ਆਣੀ, ਜੇਠਾਣੀ ਦੇ ਨਾਲ ਆਣੀ ਪਿਛੇਤਰ ਲੱਗ ਰਿਹਾ ਹੈ। ਔਰ ਕਬਰਸਤਾਨ, ਸਤਾਨ ਜਿਹੜਾ ਹੈ ਉਹ ਪਿਛੇਤਰ ਲੱਗ ਰਿਹਾ ਹੈ। ਇਸ ਤੋਂ ਬਾਅਦ ਹੈ ਉਤਪਤੀ ਦੀ ਦ੍ਰਿਸ਼ਟੀ ਤੋਂ ਸ਼ਬਦ ਵੰਡ। ਉਤਪਤੀ ਦੀ ਦ੍ਰਿਸ਼ਟੀ ਤੋਂ ਸ਼ਬਦ ਤਿੰਨ ਤਰ੍ਹਾਂ ਦੇ ਹੁੰਦੇ ਹਨ, ਤਤਸਮ, ਤਦਭਵ ਤੇ ਦੇਸੀ। ਹੁਣ ਤਤਸਮ ਦਾ ਹੈ ਕਿ ਕਿਸੇ ਦੂਜੀ ਭਾਸ਼ਾ ਤੋਂ ਅਸੀਂ ਆਪਣੀ ਭਾਸ਼ਾ ਵਿੱਚ ਸ਼ਬਦ ਲਿਆਂਦੇ ਉਦਾਂ ਦੇ ਉਦਾਂ ਹੀ ਜਿੱਦਾਂ ਕਿ ਉਹ ਦੂਜੀ ਭਾਸ਼ਾ ਵਿੱਚ ਵਰਤੇ ਜਾਂਦੇ ਸਨ। ਉਹਨਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ, ਉਹਨਾਂ ਨੂੰ ਅਸੀਂ ਉਸੇ ਤਰ੍ਹਾਂ ਹੀ ਆਪਣੀ ਭਾਸ਼ਾ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ। ਜਿੱਦਾਂ ਕਿ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਗਿਆਨ, ਅਸੀਂ ਪੰਜਾਬੀ ਵਿੱਚ ਵੀ ਗਿਆਨ ਨੂੰ ਉਸੇ ਤਰ੍ਹਾਂ ਹੀ ਵਰਤਦੇ ਹਾਂ। ਯਾਤਰਾ, ਇਸ ਨੂੰ ਵੀ ਅਸੀਂ ਪੰਜਾਬੀ ਵਿੱਚ ਉਸੇ ਤਰ੍ਹਾਂ ਹੀ ਵਰਤਦੇ ਹਾਂ ਜਿੱਦਾਂ ਇਹ ਸੰਸਕ੍ਰਿਤ ਵਿੱਚ ਇਹਦਾ ਨਾਮ ਹੈ, ਉਹੀ ਨਾਮ ਜਿਹੜਾ ਹੈ ਪੰਜਾਬੀ ਵਿੱਚ ਲਿਆ ਜਾਂਦਾ ਹੈ। ਇੰਗਲਿਸ਼ ਦੇ ਸ਼ਬਦ ਹਨ ਕਾਰ, ਸਕੂਲ, ਸਾਈਕਲ, ਹੋਰ ਵੀ ਕਈ ਨਾਮ ਹਨ, ਗਲਾਸ। ਹਿੰਦੀ ਦੇ ਕਵੀ, ਪੁੱਤਰ, ਪਤੀ, ਇਹ ਸਾਰੇ ਜਿਹੜੇ ਹੈ ਤਤਸਮ ਸ਼ਬਦਾਂ ਵਿੱਚ ਆਉਂਦੇ ਹਨ, ਜਿਨ੍ਹਾਂ 'ਚ ਕੋਈ ਵੀ ਤਬਦੀਲੀ ਨਹੀਂ ਹੁੰਦੀ। ਇਹ ਦੂਜੀ ਭਾਸ਼ਾ ਤੋਂ ਚੁੱਕ ਕੇ ਅਸੀਂ ਆਪਣੀ ਭਾਸ਼ਾ ਵਿੱਚ ਵਰਤਣਾ ਸ਼ੁਰੂ ਕਰ ਦਿੰਦੇ ਹਾਂ। ਤਦਭਵ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਥੋੜ੍ਹਾ ਜਿਹਾ ਬਦਲ ਕੇ ਵਰਤਦੇ ਹਾਂ, ਥੋੜ੍ਹਾ ਜਿਹਾ ਉਹਨਾਂ ਦੀ ਬੋਲਣ, ਉਹਨਾਂ ਦੇ ਨਾਮ ਵਿੱਚ ਬਦਲਾਵ ਹੁੰਦਾ ਹੈ। ਜਿੱਦਾਂ ਕਿ ਸੰਸਕ੍ਰਿਤ ਦਾ ਧੁਨੀ ਤੇ ਪੰਜਾਬੀ ਦਾ ਧੁਨੀ 'ਚ ਫਰਕ ਹੈ। ਇੰਗਲਿਸ਼ ਦਾ ਟੋਮੈਟੋ ਪੰਜਾਬੀ ਵਿੱਚ ਟਮਾਟਰ ਹੈ, ਔਰ ਸੈਲਡ ਜਿਹੜਾ ਹੈ ਇੰਗਲਿਸ਼ ਦਾ ਉਹ ਪੰਜਾਬੀ ਵਿੱਚ ਸਲਾਦ ਬਣ ਗਿਆ ਹੈ। ਹਿੰਦੀ ਦਾ ਵਿਜੇ ਪੰਜਾਬੀ ਵਿੱਚ ਵਿਜੈ ਹੈ। ਹਿੰਦੀ ਦੀ ਸਿੱਖਿਆ ਜਿਹੜਾ ਸ਼ਬਦ ਹੈ ਉਹ ਅਸੀਂ ਪੰਜਾਬੀ ਵਿੱਚ ਸਿੱਖਿਆ, ਉਸ ਨੂੰ ਸਿੱਖਿਆ ਦੇ ਨਾਂ ਨਾਲ ਅਸੀਂ ਵਰਤਦੇ ਹਾਂ। ਇਸੇ ਤਰ੍ਹਾਂ ਹੀ ਤੀਜੀ ਕਿਸਮ ਹੈ ਦੇਸੀ। ਦੇਸੀ ਉਹ ਹਨ ਜੋ ਆਪਣੇ ਦੇਸ਼ ਦੇ ਲੋਕ ਜੀਵਨ ਵਿੱਚ ਬੋਲਚਾਲ ਦੇ ਉਹ ਸ਼ਬਦ ਜੋ ਮੂਲ ਆਪਣੀ ਸੰਸਕ੍ਰਿਤੀ ਦੇ ਹੋਣ। ਇਹ ਸ਼ਬਦ ਅਸੀਂ ਕਿਸੇ ਹੋਰ ਭਾਸ਼ਾ 'ਚੋਂ ਕੱਢੇ ਨਹੀਂ ਹੁੰਦੇ, ਬਲਕਿ ਇਹ ਸਾਡੀ ਆਪਣੀ ਸੰਸਕ੍ਰਿਤੀ ਦੇ ਵਿੱਚੋਂ ਹੀ ਉਪਜੇ ਹੁੰਦੇ ਹਨ। ਔਰ ਇਹ ਜ਼ਿਆਦਾਤਰ ਸੰਬੰਧਿਤ ਹੁੰਦੇ ਆ ਸਾਡੇ ਸੱਭਿਆਚਾਰ ਨਾਲ, ਸਾਡੇ ਕੰਮ ਧੰਦਿਆਂ ਦੇ ਨਾਲ, ਜਿੱਦਾਂ ਕਿ ਖੁਰਪਾ, ਦਾਤਰੀ, ਇੱਟ, ਮੰਜੀ, ਛਾਤੀ। ਰੂਪ ਦੇ ਆਧਾਰ ਤੇ ਸ਼ਬਦ ਵੰਡ। ਹੁਣ ਅਸੀਂ ਰੂਪ ਦੇ ਆਧਾਰ ਤੇ ਦੇਖ ਰਹੇ ਹਾਂ ਕਿ ਰੂਪ ਦੇ ਆਧਾਰ ਤੇ ਵੀ ਦੋ ਟਾਈਪ ਦੇ ਸ਼ਬਦ ਵੰਡ ਕੀਤੀ ਗਈ ਹੈ, ਵਿਕਾਰੀ ਸ਼ਬਦ ਤੇ ਅਵਿਕਾਰੀ ਸ਼ਬਦ। ਹੁਣ ਵਿਕਾਰੀ ਸ਼ਬਦ ਉਹ ਕਿਹੜੇ ਹੈ? ਜਿਹੜੇ ਕਿ ਲਿੰਗ ਵਚਨ ਕਿਸੇ ਵੀ ਕਾਰਨ ਸ਼ਬਦ ਵਿੱਚ ਤਬਦੀਲੀ ਹੋ ਜਾਏ। ਜਿੱਦਾਂ ਕਿ ਕੁੜੀ ਹੈ, ਕੁੜੀਆਂ, ਕੁੜੀਓ। ਜਿੱਦਾਂ ਹੀ ਕਹਿੰਦੇ ਚਿੱਟੀ ਘੋੜੀ ਦੌੜਦੀ ਹੈ
ਤਾਂ ਜੇ ਅਸੀਂ ਇਹਨੂੰ ਲਿੰਗ 'ਚ ਬਦਲ ਰਹੇ ਹਾਂ ਤਾਂ ਚਿੱਟਾ ਘੋੜਾ ਦੌੜਦਾ ਹੈ। ਸਾਰੇ ਸ਼ਬਦਾਂ ਵਿੱਚ ਬਦਲਾਵ ਹੋ ਗਿਆ, ਯਾਨੀ ਕਿ ਇਹ ਵਿਕਾਰੀ ਸ਼ਬਦਾਂ 'ਚ ਆ ਗਏ, ਜਿਨ੍ਹਾਂ 'ਚ ਥੋੜਾ ਬਹੁਤਾ ਵਿਕਾਰ ਪੈਦਾ ਹੋ ਜਾਂਦਾ। ਮਤਲਬ ਅਵਿਕਾਰੀ ਨੇ, ਨੂੰ, ਫਿਰ, ਪਰ, ਕਿਉਂਕਿ, ਸਗੋਂ, ਕਿ ਜਿਨ੍ਹਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਆਉਂਦੀ, ਚਾਹੇ ਲਿੰਗ ਬਣ ਜੇ ਚਾਹੇ ਵਚਨ ਹੋ ਜੇ, ਪਰ ਉਹਨਾਂ 'ਚ ਕੋਈ ਵੀ ਤਬਦੀਲੀ ਨਹੀਂ ਆਉਂਦੀ। ਜਿੱਦਾਂ ਬੱਚੇ ਨੇ ਗੀਤ ਗਾਇਆ, ਬੱਚਿਆਂ ਨੇ ਗੀਤ ਗਾਏ, ਇਹਨਾਂ ਵਿੱਚ ਨੇ ਸ਼ਬਦ ਨੇ, ਕੋਈ ਵੀ ਇਹਦੇ ਵਿੱਚ ਵਿਕਾਰ ਪੈਦਾ ਨਹੀਂ ਹੋਇਆ, ਬਾਕੀ 'ਚ ਬੇਸ਼ੱਕ ਵਿਕਾਰ ਪੈਦਾ ਹੋਇਆ ਹੈ, ਕਿ ਇਹ ਉਹ ਸ਼ਬਦ ਹਨ ਜਿਹੜੇ ਅਵਿਕਾਰੀ ਹਨ। ਔਰ ਦੇਖਿਆ ਜਾਏ ਤਾਂ ਜਿਹੜੇ ਨਾਮ, ਪੜਨਾਮ, ਵਿਸ਼ੇਸ਼ਣ ਤੇ ਕਿਰਿਆ ਹੈ ਉਹ ਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਜਦ ਕਿ ਸੰਬੰਧਕ, ਯੋਜਕ, ਬਿਸਮਕ ਤੇ ਕਿਰਿਆ ਵਿਸ਼ੇਸ਼ਣ ਇਹ ਸਾਰੇ ਹੀ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਤੋਂ ਤੁਸੀਂ ਜ਼ਰੂਰ ਲਾਭ ਉਠਾਓਗੇ ਤੇ ਸ਼ਬਦ ਬੋਧ ਦੇ ਬਾਰੇ ਇਸ ਵਿੱਚ ਇੰਨੀ ਜਾਣਕਾਰੀ ਸਾਨੂੰ ਹੋਣੀ ਜ਼ਰੂਰੀ ਹੈ। ਥੈਂਕਸ ਫॉर वाचिंग।